ਇਹਦੇ ਵਿੱਚ ਕੋਈ ਸ਼ੱਕ ਨਹੀਂ। ਜੇ ਉਹਨੂੰ 21ਵੀਂ ਸਦੀ ਦਾ ਤੁਸੀਂ, ਚਲੋ ਮੈਂ ਕਹਿੰਦਾ ਯੋਧਾ ਸ਼ਬਦ ਨਹੀਂ ਵਰਤਣਾ, ਮਹਾਨ ਪੁਰਖ ਨਹੀਂ ਵਰਤਣਾ, ਸਿੱਖਾਂ ਦੇ ਵਿੱਚ ਜਾਣੀ ਪੰਜਾਬੀਆਂ ਦੇ ਵਿੱਚ ਜਿਸ ਐਂਗਲ ਤੋਂ यानी 4-5 ਵੱਖਰੇ ਵੱਖਰੇ ਐਂਗਲ ਆ, ਉਹਨਾਂ ਤੋਂ ਦੇਖ ਕੇ ਜੇ ਅਸੀਂ ਇਹ ਕਲਪਨਾ ਕਰਾਂਗੇ ਨਾ ਵੀ ਪਿਛਲੇ ਸਮੇਂ 'ਚ ਤਾਂ ਗੱਲੇ ਛੱਡ ਦਿਓ, ਹੈ ਹੀ ਨਹੀਂ ਕੋਈ ਵੀ। ਆਉਣ ਵਾਲੇ ਇਸ ਸਦੀ ਦੇ ਵਿੱਚ ਵੀ ਕੋਈ ਉਹਨਾਂ ਸਾਰੇ ਪੱਖਾਂ ਤੋਂ ਸਿੱਧੂ ਦੇ ਇਹ ਜਾਣੀ ਮੂਸੇ ਵਾਲੇ ਦੇ ਮੁਕਾਬਲੇ ਤੇ ਕੋਈ ਸੈਲੀਬ੍ਰਿਟੀ ਖੜ ਜਾਊਗੀ ਆ ਕੇ, ਤੇ ਨਾਮੁਮਕਿਨ ਹੈ, ਹੋ ਨਹੀਂ ਸਕਣਾ। ਉਹਦੇ 'ਚ ਹੋ ਸਕਦਾ ਸਾਡਾ ਬਹੁਤ ਗੱਲਾਂ ਤੋਂ ਵਖਰੇਵਾਂ ਹੋਵੇ, ਉਹਦੇ ਨਾਲ ਹੋ ਸਕਦਾ ਸਾਨੂੰ ਉਹਦੀਆਂ ਬਹੁਤੀਆਂ ਗੱਲਾਂ ਨਾ ਪਸੰਦ ਹੋਣ, ਉਹ ਇੱਕ ਵੱਖਰਾ ਵਿਸ਼ਾ ਆ। ਪਰ ਜਿੰਨੀ ਥੋੜੀ ਉਮਰ ਦੇ ਵਿੱਚ ਜੇ ਆਪਾਂ ਕਿਸੇ ਹੋਰ ਵਿਦਵਾਨ ਨੂੰ, ਕਿਸੇ ਹੋਰ ਮਹਾਨ ਲੇਖਕ ਨੂੰ ਦੇਖੋਗੇ, ਕਾਹਨ ਸਿੰਘ ਨਾਭਾ ਵਰਗਿਆਂ ਨੂੰ, ਕਿਸੇ ਨੂੰ ਵੀ ਦੇਖੋਗੇ ਤੁਸੀਂ, ਉਹਦੇ ਵਿੱਚ ਤੁਹਾਨੂੰ ਇਹ ਪਤਾ ਲੱਗ ਜਾਣਾ ਵੀ ਇਹਨਾਂ ਦੇ ਸਾਹਮਣੇ ਇੱਕ ਗੁਰੂ ਗ੍ਰੰਥ ਸਾਹਿਬ ਸੀ, ਇਹਨਾਂ ਦੇ ਕੋਲ ਸਿੱਖ ਇਤਿਹਾਸ ਸੀ, ਜਿਹਨੂੰ ਆਧਾਰ ਬਣਾ ਕੇ ਉਹਨਾਂ ਨੇ ਗੱਲਾਂ, ਹੁਣ ਢਾਡੀ ਆ ਸਾਡੇ, ਹੁਣ ਭਿੰਡਰਾਂ ਵਾਲਾ ਸੀ, ਭਿੰਡਰਾਂ ਵਾਲੇ ਦੇ ਕੋਲ 400-500 ਸਾਲ ਤੋਂ ਚੱਲੀ ਆ ਰਹੀ ਕੌਮ ਹੈ, ਉਹਦਾ ਇਤਿਹਾਸ ਆ, ਦਰਬਾਰ ਸਾਹਿਬ ਬਣਿਆ ਹੋਇਆ ਜਿਹਦੇ ਉੱਤੇ ਬਹਿ ਗਿਆ ਜਾ ਕੇ। ਉਹ ਅਕਾਲੀ ਦਲ ਦਾ 60-70 ਸਾਲ ਦਾ ਇਤਿਹਾਸ ਆ, ਸ਼੍ਰੋਮਣੀ ਕਮੇਟੀ ਆ, ਇਤਿਹਾਸਕ ਸਥਾਨ ਹੈ ਦਰਬਾਰ ਸਾਹਿਬ, ਅਕਾਲ ਤਖਤ ਦਾ 6ਵੇਂ ਪਾਤਸ਼ਾਹ ਨਾਲ ਸੰਬੰਧ ਆ, ਜਿਹਦੇ ਉੱਤੇ ਬੈਠਾ ਜਾ ਕੇ। ਫਿਰ ਉਹਦੇ ਪਿੱਛੇ ਗਿਆਨੀ ਜੈਲ ਸਿੰਘ ਖੜਾ ਆ, ਇੰਦਰਾ ਗਾਂਧੀ ਦੇ ਚਹੇਤੇ ਸੰਜੇ ਗਾਂਧੀ ਦੀ ਸਲਾਹ ਦੇ ਨਾਲ ਉਹਦੀ ਅਪਾਇੰਟਮੈਂਟ ਹੋਈ ਆ, ਉਹਨੂੰ ਹਰ ਤਰ੍ਹਾਂ ਦੀ ਸੁਵਿਧਾ ਮਿਲ ਰਹੀ ਆ। ਉਹਨਾਂ ਦੀ ਸ਼ਹਿ ਦੇ ਉੱਤੇ ਉਹ ਸਟੇਟਮੈਂਟਾਂ ਦੇ ਰਿਹਾ। ਜੇ ਉਹ ਸਟੇਟਮੈਂਟਾਂ ਸਾਨੂੰ ਇਦਾਂ ਲੱਗੀਆਂ ਵੀ ਬਹੁਤ ਯੋਧੇ ਵਾਲੀਆਂ, ਬਹੁਤ ਮਹਾਨ ਆ, ਜੇ ਉਹਦੇ ਭਿੰਡਰਾਂ ਵਾਲੇ ਦੇ ਮੁਕਾਬਲੇ ਦੇ ਉੱਤੇ ਵੀ ਤੁਸੀਂ ਮੂਸੇ ਵਾਲੇ ਨੂੰ ਦੇਖਣਾ ਹੋਇਆ ਤਾਂ ਧਿਆਨ ਨਾਲ ਦੇਖਿਓ ਵੀ ਉਹਨੇ ਜੋ ਲਿਖਿਆ ਆ, ਜੋ ਬੋਲਿਆ ਆ, ਲਿਖਣੇ ਵਾਲਾ ਵੀ ਉਹ ਆਪ ਆ, ਗਾਉਣੇ ਵਾਲਾ ਵੀ ਆਪ ਆ। ਜੋ ਉਹ ਲਿਖਿਆ ਆ ਉਹ ਕਿਸੇ ਇਤਿਹਾਸ ਦੀ ਕਿਤਾਬ ਤੇ ਆਧਾਰਿਤ ਨਹੀਂ ਲਿਖਿਆ। ਜਦੋਂ ਤੁਸੀਂ 16ਵੀਂ 17ਵੀਂ ਸਦੀ ਨੂੰ ਪੜ੍ਹੋਗੇ, ਮੈਂ ਅੱਗੇ ਵੀ ਇੱਕ ਗੱਲ ਕੀਤੀ ਸੀ, ਅਮਰੀਕਾ ਦੀ ਰੈਵੋਲੂਸ਼ਨ ਨੂੰ ਪੜ੍ਹ ਕੇ ਦੇਖਿਓ, ਰਸ਼ੀਆ ਦੀ ਰੈਵੋਲੂਸ਼ਨ ਨੂੰ ਪੜ੍ਹ ਕੇ ਦੇਖਿਓ, ਫਰਾਂਸ ਦੀ ਕ੍ਰਾਂਤੀ ਨੂੰ ਪੜ੍ਹ ਕੇ ਦੇਖਿਓ, ਜਦੋਂ ਨੈਪੋਲੀਅਨ ਉੱਥੇ ਡਿਕਟੇਟਰ ਬਣਦਾ ਆ, ਉਹ ਸਾਰੇ ਕੁਝ ਦੇ ਵਿੱਚ ਇੱਕ ਚੀਜ਼ ਤੁਹਾਨੂੰ ਸਾਂਝੀ ਲੱਗਣੀ ਆ ਕਿ ਉਸ ਵੇਲੇ ਕਵੀਆਂ ਨੇ ਬਹੁਤ ਵਧੀਆ ਰੋਲ ਨਿਭਾਇਆ ਸੀ। ਹੁਣ ਜਿਹੜੀਆਂ ਗੱਲਾਂ ਇਹਨੇ ਲਿਖੀਆਂ, ਉਹ ਚਾਹੇ 295 ਆ, ਜਿੱਥੇ ਹੁਣ ਇਹੋ ਜਿਹੀ ਗੱਲ ਜਿਹੜੀ ਆ ਵੀ ਪੰਥ ਕੱਲਾ ਤੁਹਾਡਾ ਨਹੀਂ ਹੈਗਾ, ਸਾਡਾ ਵੀ ਆ। ਐਡੀ ਵੱਡੀ ਧਿਰ ਨੂੰ ਇਹ ਗੱਲ ਕਹਿ ਦੇਣੀ, ਮੀਡੀਆ ਨੂੰ ਵੀ ਜਿਸ ਤਰੀਕੇ ਨਾਲ ਉਹਨੇ ਚੈਲੰਜ ਕਰਕੇ ਗੱਲਾਂ ਕਹੀਆਂ, ਸਰਕਾਰੀ ਸ਼ਹਿ ਦੇ ਉੱਤੇ ਗ੍ਰਹਿ ਮੰਤਰੀ ਜਾਂ ਰਾਸ਼ਟਰਪਤੀ ਦੇ ਭਰੋਸੇ ਦੇ ਨਾਲ ਇਹ ਸਟੇਟਮੈਂਟ ਦੇ ਦੇਣੀ ਵੀ ਅਸੀਂ ਇਹ ਕਰ ਦੇਵਾਂਗੇ, ਉਹ ਸੌਖੀ ਆ ਭਾਈ। ਇਕੱਲੇ ਬੰਦੇ ਨੇ, ਕੋਈ ਸੰਸਥਾ ਨਹੀਂ ਸੀ ਪਿੱਛੇ, ਕੋਈ ਗਰੁੱਪ ਨਹੀਂ ਸੀ ਉਹਦੇ ਪਿੱਛੇ। ਔਰ ਸਾਰਿਆਂ ਤੋਂ ਵੱਡੀ ਗੱਲ ਵੀ ਉਹਦੇ ਲਾਸਟ ਰਾਈਡ ਜਿਹੜਾ ਗਾਣਾ ਆ, ਉਹਨੂੰ ਧਿਆਨ ਨਾਲ ਸੁਣ ਕੇ ਦੇਖਿਓ, ਉਹਦੇ ਆਪਣੇ ਦਿਮਾਗ ਵਿੱਚੋਂ ਨਿਕਲੀਆਂ ਹੋਈਆਂ ਗੱਲਾਂ ਆ। ਮੈਂ ਫਿਰ ਕਹਿੰਦਾ ਵੀ ਸਾਡੇ ਨਾਲੋਂ ਵਿਚਾਰਾਂ ਦੇ ਤੌਰ ਤੇ ਪਤਾ ਨਹੀਂ ਕਿੰਨੀਆਂ ਗੱਲਾਂ ਤੋਂ ਵੱਖਰੇਵਾਂ। ਕੋਈ ਬੰਦਾ ਉਸ ਚੀਜ਼ ਨੂੰ ਸਾਡੇ ਨਾਲ ਜੋੜ ਕੇ ਇਦਾਂ ਨਾ ਕਹੇ, ਦੇਖੋ ਜੀ ਤੁਸੀਂ ਮੂਸੇ ਵਾਲੇ ਬਾਰੇ ਕਹਿੰਦੇ ਸੀ, ਹੁਣ ਇਸ ਗੱਲ ਦਾ ਜਵਾਬ ਦਿਓ, ਹੁਣ ਆਹ ਦੇਖੋ, ਉਹ ਗੱਲਾਂ ਵੱਖਰੀਆਂ। ਸਾਡਾ ਆਪਣਾ ਨਿੱਜੀ ਫਰਕ ਜਿਹੜਾ ਉਹਦੇ ਨਾਲੋਂ, ਉਹ ਬੇਸ਼ੱਕ 100 ਦੇ ਵਿੱਚੋਂ 80 ਗੱਲਾਂ ਦੇ ਨਾਲ ਹੋਵੇ। ਕਿਸੇ ਨਾਲ ਸਾਡੀ ਨਾ ਬਣਦੀ ਹੋਵੇ, ਸਾਡਾ ਵਿਰੋਧੀ ਹੋਵੇ, ਫਿਰ ਵੀ ਉਹ ਮਸ਼ਹੂਰ ਤਾਂ ਹੋ ਸਕਦਾ ਨਾ, ਆਪਣੀ ਤਾਕਤ ਦਾ ਜਮਾ ਸਕਦਾ। ਜੋ ਕੁਛ ਉਹਨੇ ਪ੍ਰਾਪਤ ਕੀਤਾ, ਜਿੱਥੇ ਆਪਣੇ ਬਲਬੂਤੇ ਨਾਲ ਜਿੱਥੇ ਤੱਕ ਉਹ ਪਹੁੰਚਾ ਆ, ਉਹਦਾ ਮੁਕਾਬਲਾ ਕਰਨਾ ਰਾਗੀਆਂ ਢਾਡੀਆਂ ਸਾਡੇ ਲੱਲੂ ਪੰਜੂ ਵਿਦਵਾਨ ਜਿਹੜੇ ਹੁੰਦੇ ਆ, ਉਹਨਾਂ ਦੇ ਵੱਸ ਦੀ ਗੱਲ ਨਹੀਂ ਹੈ। ਬੜੀ ਹਿੰਮਤ ਕੀਤੀ ਆ ਉਹਨੇ। ਜੇ ਕਾਲੇ ਅਫਗਾਨੇ ਦੀ ਅਸੀਂ ਵਧੀਆ ਵਿਦਵਾਨਾਂ ਦੀ ਵੀ ਗੱਲ ਕਰੀਏ, ਉਹਨਾਂ ਦੇ ਕੋਲ ਇੱਕ
ਪੈਟਰਨ ਮੂਹਰੇ ਪਿਆ ਆ, ਸਾਰਾ ਕੁਛ ਇਹਦਾ ਖਿਲ ਰਿਹਾ ਹੈ। ਉਹਨੂੰ ਪੜ੍ਹ ਕੇ ਉਹ ਦੇਖੋ, ਇੱਕ ਆਰਕੀਟੈਕਟ ਆ, ਇੱਕ ਕੋਈ ਡਿਜ਼ਾਈਨਰ ਆ, ਬਿਲਡਿੰਗ ਡਿਜ਼ਾਈਨ ਕਰਦਾ, ਠੀਕ ਹੈ, ਉਹ ਆਪਣੇ ਕਲਪਨਾ ਦੇ ਵਿੱਚੋਂ ਉਹ ਕਰਦਾ, ਕੁਛ ਨਵੀਂ ਚੀਜ਼ ਖੜੀ ਕਰਦਾ, ਠੀਕ ਹੈ, ਤੇ ਉਹਦੇ ਬਰਾਬਰ 50 ਉਹ ਆ ਜਿਹੜੇ ਪਹਿਲਾਂ ਬਣੇ ਹੋਏ ਡਿਜ਼ਾਈਨਾਂ ਦੇ ਵਿੱਚੋਂ ਨੁਕਸ ਕੱਢਦੇ ਆ। ਕਿਉਂਕਿ ਮੈਂ 30-32 ਸਾਲ ਤੋਂ ਮੈਂ ਜੌਬ ਉਹ ਕਰ ਰਿਹਾ ਹਾਂ ਜਿੱਥੇ ਚੰਗੇ ਚੰਗੇ ਦਿਮਾਗੀ ਬੰਦੇ ਨਾ, ਵਧੀਆ ਵਧੀਆ ਜਿਹੜੇ ਇੰਜੀਨੀਅਰ ਕਹਾਉਣੇ ਵਾਲੇ ਆ, ਡਿਗਰੀ ਹੋਲਡਰ ਆ ਜਿਹੜੇ, ਉਹ ਵੀ ਜਦੋਂ ਕਿਸੇ ਆਰਕੀਟੈਕਟ ਦੀ, ਕਿਸੇ ਡਰਾਫਟਮੈਨ ਦੀ ਬਣਾਈ ਹੋਈ ਡਰਾਇੰਗ ਨੂੰ ਏਦਾਂ ਪਹਿਲਾਂ ਡਰਾਇੰਗ ਨੂੰ ਡੀਲ ਕਰਦੇ ਆ, ਉਦੋਂ ਉਹਨਾਂ ਦੇ ਗੇੜ ਵਿੱਚ ਨਹੀਂ ਆਉਂਦਾ ਜਿੰਨਾ ਚਿਰ ਉਸ ਡਰਾਇੰਗ ਨੂੰ ਪ੍ਰੈਕਟੀਕਲ ਸ਼ੇਪ ਨਾ ਦੇ ਦਿੱਤੀ ਜਾਵੇ। ਜਦੋਂ ਉਹਨੂੰ ਇੱਕ ਸੰਚੇ ਦੇ ਉੱਤੇ ਢਾਲ ਦਿੱਤਾ ਜਾਂਦਾ ਆ, ਉਹਨੂੰ ਫਿਰ ਉਹ ਡਰਾਇੰਗ ਨੂੰ ਦੇਖਦੇ ਆ, ਫਿਰ ਉਹ ਕਹਿੰਦੇ ਅੱਛਾ ਆਇਆ। ਹੁਣ ਜਿਹੜਾ ਨਵਾਂ ਕਰਨਾ, ਉਹਨੇ ਮੂਸੇ ਵਾਲੇ ਦੀ ਖਾਸੀਅਤ ਇਹ ਸੀ, ਉਹਨੂੰ ਕੁਛ ਨਵਾਂ ਕੀਤਾ, ਉਹਨੂੰ ਕੁਛ ਵੱਖਰਾ ਕੀਤਾ, ਉਹ ਯੂਨੀਕ ਸੀ ਆਪਣੇ ਆਪ ਦੇ ਵਿੱਚ ਜੋ ਉਹਨੇ ਕੀਤਾ। ਉਹਨੂੰ ਕਿਸੇ ਨਾਲ ਵੀ, ਮੈਂ ਤਾਂ ਯਾਨੀ ਪਿਛਲੇ ਕੀ, ਮੈਨੂੰ ਤਾਂ ਇਹ ਲੱਗਦਾ ਵੀ ਸ਼ਾਇਦ ਆਉਣ ਵਾਲੇ ਸਮੇਂ 'ਚ ਵੀ ਯਾਨੀ ਕੱਲਾ ਬੰਦਾ ਆਪਣੇ ਬਲਬੂਤੇ ਨਾਲ ਸਾਰਿਆਂ ਤੋਂ ਵੱਖਰਾ ਰਾਹ ਇੰਨੇ ਥੋੜੇ ਟਾਈਮ ਦੇ ਵਿੱਚ ਐਡੀ ਵੱਡੀ ਪ੍ਰਾਪਤੀ। ਔਰ ਵੱਡੀ ਗੱਲ ਇਹ ਆ, ਉਹਦੇ ਮਰਨ ਤੋਂ ਬਾਅਦ ਯਾਨੀ ਕਿੱਡਾ ਵੱਡਾ ਹਿੱਸਾ ਆ ਕੌਮ ਦਾ ਜਿਹੜਾ ਪ੍ਰਭਾਵਿਤ ਹੋ ਕੇ ਬੈਠਾ, ਜਿਹੜਾ ਡਿਪਰੈਸ ਹੋਇਆ ਫੀਲ ਕਰਦਾ, ਜਿਨ੍ਹਾਂ ਦੇ ਉੱਤੇ ਅਸਰ ਹੋਇਆ। ਜਿੱਥੇ ਟੈਟੂ ਬਣਦੇ ਆ, ਨਵੀਆਂ ਟੀ-ਸ਼ਰਟਾਂ ਦੇ ਉੱਤੇ ਫੋਟੋ ਲੱਗਦੀਆਂ, ਨਵੀਆਂ ਉਹਦੀਆਂ ਫੋਟੋ ਬਣ ਰਹੀਆਂ, ਲੋਕ ਕਵਿਤਾ ਲਿਖ ਰਹੇ ਆ, ਗਾਣੇ ਲਿਖ ਰਹੇ ਆ, ਕਿੱਡੀ ਵੱਡੀ ਗਿਣਤੀ 'ਚ ਲੋਕ ਆਪਣੀਆਂ ਬਾਹਾਂ ਰੰਗਾ ਰਹੇ ਉਹਦੇ ਨਾਮਾਂ ਨਾਲ, ਉਹਦੇ ਗਾਣਿਆਂ ਨਾਲ, ਉਹਦੀ ਫੋਟੋ ਦੇ ਨਾਲ। ਇਹ ਹੁਣ ਤੱਕ ਨਹੀਂ ਹੋਇਆ ਤੇ ਅੱਗੇ ਹੋ ਸਕਦਾ ਹੋ ਜਵੇ, ਪਰ ਮੈਂ ਕਹਿੰਦਾ ਉਹ ਸਾਰਾ ਕੁਝ ਇਕੱਠਾ ਹੋਣਾ ਵੀ ਕੋਈ ਇੰਨੀ ਛੋਟੀ ਉਮਰ ਦਾ ਹੋਵੇ, ਫਿਰ ਕੱਲਾ ਕੱਲਾ ਆਪਣੇ ਇਦਾਂ ਦੇ ਛੋਟੇ ਥਾਂ ਤੋਂ ਉੱਠਿਆ ਹੋਵੇ, ਫਿਰ ਉਹਨੂੰ ਪਿੱਛੇ ਪ੍ਰਮੋਟ ਕਰਨ ਵਾਲਾ ਕੋਈ ਨਾ ਹੋਵੇ, ਫਿਰ ਉਹਨੂੰ ਢੋਣੇ ਵਾਲੇ ਆਲੇ ਦੁਆਲੇ ਵੱਡੀ ਗਿਣਤੀ 'ਚ ਫਿਰਦੇ ਹੋਣ, ਔਰ ਇੰਨੇ 5 ਸਾਲਾਂ ਦੇ ਵਿੱਚ ਇਸ ਹੱਦ ਤੱਕ ਪਹੁੰਚ ਜਾਣਾ, ਲੋਕਾਂ ਦੇ ਦਿਲਾਂ 'ਚ ਇਦਾਂ ਦੀ ਛਾਪ ਛੱਡ ਜਾਣੀ, ਇਦਾਂ ਦੀ ਥਾਂ ਬਣਾ ਲੈਣੀ, ਸਾਰਿਆਂ ਦੇ ਵੱਸ ਦੀ ਗੱਲ ਨਹੀਂ। ਪਰ ਸ਼ਰਮ ਆਉਂਦੀ ਆ, ਆਪਣੇ ਆਪ 'ਚ ਬਹੁਤ ਘਟਾ ਫੀਲ ਹੁੰਦਾ ਵੀ ਸਾਡੇ ਵਿਦਵਾਨ, ਸਕਾਲਰ, ਚਿੰਤਕ ਕਹਾਉਣੇ ਵਾਲੇ ਅਜੇ ਵੀ ਇਸ ਗੱਲ ਦੇ ਉੱਤੇ ਖੜੇ ਆ, ਕਹਿੰਦੇ ਵੀ ਜਿਹਾ ਬੀਜਾ ਸੋ ਲੁਣੇ। ਗੁਰਬਾਣੀ ਦੀ ਪੰਕਤੀ ਵਰਤਦੇ ਆ ਵੀ ਜੋ ਬੀਜੋਗੇ ਉਹੀ ਵੱਢੋਗੇ। ਜਾਣੀ ਸਾਡੇ ਬੰਦਿਆਂ ਨੂੰ ਇਹ ਨਹੀਂ ਦੱਸਿਆ ਵੀ ਉਹ ਨੌਜਵਾਨੀ ਦੇ ਵਿੱਚ ਆਪਣਾ ਨਾਂ ਬਣਾ ਰਿਹਾ ਆ। ਛੋਟੇ 5-6 ਸਾਲ ਦੇ ਬੱਚੇ ਤੋਂ ਲੈ ਕੇ 40-45 ਸਾਲ ਤੱਕ ਦਾ ਵਰਗ ਆ, ਜਿਹੜਾ ਖਾਸ ਕਰਕੇ ਜਿਹੜਾ 20-25 ਸਾਲ ਦਾ ਵਰਗ ਆ, ਕੁੜੀਆਂ ਮੁੰਡਿਆਂ ਦੇ ਅੰਦਰ ਉਹ ਆਪਣੀ ਥਾਂ ਬਣਾ ਰਿਹਾ ਆ। ਉਹਦੀ ਗੱਲ ਨੂੰ ਸੁਣਿਆ ਜਾ ਰਿਹਾ, ਮੰਨਿਆ ਜਾ ਰਿਹਾ ਆ। ਉਹ ਕਿਤੇ ਪ੍ਰਮਾਣਿਕ ਨਾ ਹੋ ਜਾਏ, ਇਦਾਂ ਦੇ ਬੰਦੇ ਸਟੇਟ ਲਈ, ਏਜੰਸੀਆਂ ਲਈ ਖਤਰਾ ਬਣ ਜਾਂਦੇ ਹੁੰਦੇ ਆ। ਔਰ ਜੇ ਵੀ ਦੇਖੀਏ ਕਿ ਆਮ ਆਦਮੀ ਪਾਰਟੀ ਦੇ ਉੱਤੇ ਦਬਾਅ ਪਾਉਣ ਲਈ, ਉਹਨੂੰ ਡਾਮਾਡੋਲ ਕਰਨ ਲਈ, ਉਹਨੂੰ ਕਮਜ਼ੋਰ ਕਰਨ ਲਈ ਵੀ ਕਿਸੇ ਨੇ ਇਹ ਹੱਥਕੰਡਾ ਵਰਤਿਆ ਹੋਊਗਾ, ਤਾਂ ਉਹ ਵੀ ਕੋਈ ਝੂਠ ਨਹੀਂ। ਜੋ ਵੀ ਹੋਊਗਾ ਉਹ ਨਹੀਂ ਦੀਦਾ। ਸਾਡੇ ਬੰਦਿਆਂ ਨੂੰ, ਸਾਡੇ ਵਿਦਵਾਨਾਂ ਨੂੰ, ਖਾਲਸਾ ਨਿਊਜ਼ ਵਾਲੇ ਨੇ, ਗੁਰਦੇਵ ਸਿੰਘ ਸੱਧਾਵਾਲੀਆ ਨੇ, ਇਹਨਾਂ ਨੇ ਆਰਟੀਕਲਾਂ ਰਾਹੀਂ ਆਪਣੀਆਂ ਫੋਟੋ ਬਣਾ ਕੇ ਇਹ ਪਿਕਚਰ ਪੇਸ਼ ਕੀਤੀ ਆ ਕਿ ਕਿਉਂਕਿ ਉਹ ਹਥਿਆਰਾਂ ਦੀ ਗੱਲ ਕਰਦਾ ਸੀ, ਜਿਸ ਕਰਕੇ ਉਹ ਹਥਿਆਰਾਂ ਦੇ ਨਾਲ ਹੀ ਜੋ ਬੀਜੋਗੇ ਉਹੀ ਵੱਢੋਗੇ। ਕਦੇ ਨਹੀਂ ਅਸੀਂ ਸੋਚਦੇ ਵੀ ਜੇ ਮੋਹਰਿਓਂ ਸਾਡੇ ਤੇ ਕਿਸੇ ਨੇ ਸਵਾਲ ਕਰ ਦਿੱਤਾ ਵੀ ਜਿੱਦਣ ਦਰਬਾਰ ਸਾਹਿਬ ਤੇ ਅਟੈਕ ਹੋਇਆ ਸੀ, ਉਦੋਂ ਤੁਸੀਂ ਇਹ ਮੰਨਦੇ ਆ ਵੀ ਜੋ ਬੀਜੋਗੇ ਸੋ ਵੱਢੋਗੇ। ਕਿਉਂਕਿ ਭਿੰਡਰਾਂ ਵਾਲਾ ਕਹਿੰਦਾ ਹੀ ਇਹ ਸੀ
ਇੱਕ ਜੀਪ ਦੇ ਬਦਲੇ ਉਹ ਕਹਿ ਰਿਹਾ ਵੀ ਜੇ ਮੇਰੀ ਜੀਪ ਨਾ ਛੱਡੀ ਤਾਂ 5000 ਹਿੰਦੂ ਵੱਢ ਦੂੰਗਾ। ਜੇ ਇੱਕ ਜੀਪ ਦੇ ਬਦਲੇ 5000 ਹਿੰਦੂ ਵੱਢਿਆ ਜਾ ਸਕਦਾ ਤਾਂ ਕੀ ਦੇਸ਼ ਦੀ ਪ੍ਰਧਾਨ ਮੰਤਰੀ ਦੇ ਬਦਲੇ 30,000 ਸਿੱਖ ਵੱਢਿਆ ਜਾ ਸਕਦਾ ਜਾਂ ਨਹੀਂ? ਮੈਨੂੰ ਕਿਸੇ ਧਿਰ ਨਾਲ ਜੋੜ ਕੇ ਨਾ ਦੇਖਿਓ, ਆਪਣੇ ਆਪ ਨੂੰ ਇਹ ਸਵਾਲ ਪੁੱਛਿਓ ਵੀ ਜੇ ਇੱਕ ਜੀਪ ਜਾਣੀ ਉੱਥੇ ਕੁਛ ਨਹੀਂ, ਨੁਕਸਾਨ ਨਹੀਂ ਕੁਛ ਵੀ ਹੋਇਆ, ਸਿਰਫ ਕਸਟਡੀ ਵਿੱਚ ਆ ਉਹਨਾਂ ਦੀ, ਉਹ ਛੁਡਵਾਈ ਜਾ ਸਕਦੀ ਹੈ, ਤੁਹਾਡੀ ਸਰਕਾਰ ਨਾਲ ਮਿਲੀ ਭੁਗਤਿਆ। ਕਿਸੇ ਨੇ ਪੁੱਛਿਆ ਨਹੀਂ ਸੰਤ ਜਰਨੈਲ ਸਿੰਘ ਨੂੰ ਵੀ ਭਾਈ ਚੰਦੋ ਕਲਾਂ ਦੇ ਵਿੱਚ ਜਦੋਂ ਤੈਨੂੰ ਘੇਰਾ ਪਿਆ ਸੀ ਤੈਨੂੰ ਕਿਹਦੀ ਗੱਡੀ 'ਚ ਬਿਠਾ ਕੇ ਛੱਡਿਆ ਗਿਆ? ਤੂੰ ਹਰਿਆਣੇ ਦਾ ਬਾਰਡਰ ਕਿੱਦਾਂ ਟੱਪ ਕੇ ਆ ਗਿਆ ਉੱਥੋਂ? ਗੁਰੂ ਗ੍ਰੰਥ ਸਾਹਿਬ ਦੇ ਸਰੂਪ ਤਾਂ ਸੜ ਗਏ। ਲੋਕਾਂ ਨੂੰ ਇਹ ਕਹਿਣਾ ਵੀ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਆ ਉੱਥੇ ਉਹਨੂੰ ਸੋਧਾ ਲਾ ਕੇ ਆ ਜਾਓ, ਮੈਂ ਸੰਭੂਗਾ। ਕਿਸੇ ਨੇ ਪੁੱਛਿਆ ਨਾ ਵੀ ਜਰਨੈਲ ਸਿਆਂ ਜਦੋਂ ਤੈਨੂੰ ਘੇਰਾ ਪਿਆ ਸੀ ਉੱਥੇ ਤੂੰ ਆ ਕਿੱਦਾਂ ਗਿਆ ਛੱਡ ਕੇ? ਗੁਰੂ ਗ੍ਰੰਥ ਸਾਹਿਬ ਦੇ ਸਰੂਪ ਤਾਂ ਸੜਦੇ ਸੀ ਉੱਥੇ ਆਪ ਰੁਕਦਾ ਤਾਂ, ਸਾਹਮਣੇ ਹੁੰਦਾ ਤਾਂ ਫਿਰ ਭਾਈ ਨਹੀਂ ਹੋਰ ਕਿਸੇ ਦੇ ਉੱਤੇ ਅਤਿਆਚਾਰ ਨਾ ਕਰੋ। ਜੇ ਮੇਰੀ ਗੱਲ ਆ, ਮੈਂ ਚੰਦੋ ਕਲਾਂ ਦੇ ਵਿੱਚੋਂ ਸਰਕਾਰੀ ਸਰਪ੍ਰਸਤੀ ਦੇ ਵਿੱਚ ਛੱਡ ਕੇ ਆ ਜਾਣਾ ਤੇ ਚੌਂਕ ਮਹਿਤੇ ਬਹੁਤ ਵੱਡਾ ਡਰਾਮਾ ਕਰਕੇ ਆਪਣੀ ਗ੍ਰਿਫਤਾਰੀ ਦੇਣੀ ਬਹੁਤ ਵੱਡੇ ਵੱਡੇ ਸਵਾਲ ਖੜੇ ਕਰਦੀ ਹੈ। ਫਿਰ ਉੱਥੋਂ ਕਿਹੜੀ ਸ਼ਹਿ ਦੇ ਨਾਲ ਨਿਕਲ ਕੇ ਆਇਆ ਹੋਊਗਾ ਤੇ ਇੱਥੇ ਕਿਹਦੀ ਮਿਲੀ ਭੁਗਤ ਦੇ ਨਾਲ ਪਲਾਨ ਬਣਾ ਕੇ ਉਹ ਗ੍ਰਿਫਤਾਰੀ ਦਿੱਤੀ ਹੋਊਗੀ। ਜਿਹੜੇ ਇੰਟਰਵਿਊ ਦੇ ਵਿੱਚ ਪਤਾ ਨਹੀਂ ਕਿੰਨਾ ਕੁਛ ਬਾਅਦ ਵਿੱਚ ਨਿਕਲਣਾ, ਪਰ ਜਿਹੜੀ ਮੈਂ ਗੱਲ ਕਰਦਾ ਸੀ ਭਾਈ, ਜਿੱਦਣ ਇਹ ਸਵਾਲ ਕਿਸੇ ਨੇ ਪੁੱਛ ਲਿਆ ਤੇ ਦਰਬਾਰ ਸਾਹਿਬ ਦੇ ਉੱਤੇ ਜਦੋਂ ਟੈਂਕ 'ਚ ਕੀ ਇਹ ਨਿਯਮ, ਕੀ ਇਹ ਗੁਰਬਾਣੀ ਦੀ ਪੰਕਤੀ ਇਦਾਂ ਆ ਵੀ ਜਿਹਾ ਬੀਜਾ ਹੈ ਸੋ ਲੁਣੇ ਕਰਮਾ ਸੰਦੜਾ ਖੇਤ, ਵੀ ਜੋ ਤੁਸੀਂ ਬੀਜਣਾ ਉਹ ਵੱਢਣਾ। ਮਤਲਬ ਦੇਖੋ, ਜਦੋਂ ਆਪਾਂ ਗੱਲ ਕਰਦੇ ਹੁੰਦੇ ਨਾ ਆਪਣੇ ਜਜ਼ਬਾਤ ਆ ਜਿਹੜੇ ਉਹਨਾਂ ਨੂੰ ਸਪਰੈਸ ਕਰ ਲਿਆ ਕਰੋ। ਜੇ ਜਜ਼ਬਾਤ ਉਬਾਲਾ ਮਾਰ ਰਹੇ ਹੋਣ ਤੇ ਵਿਚਾਰ ਆ ਜਿਹੜੀ, ਵੈਸੇ ਤਾਂ ਸਾਡਾ ਆਪਣਾ ਪ੍ਰੋਸੈਸਰ ਇਦਾਂ ਦਾ ਹੋਣਾ ਚਾਹੀਦਾ, ਅਸੀਂ ਇਮੋਸ਼ਨਲੀ ਇੰਟੈਲੀਜੈਂਟ ਚਾਹੀਦੇ। ਇਮੋਸ਼ਨਲ ਸਾਡੇ ਬੇਸ਼ੱਕ ਪੀਕ ਤੇ ਵੀ ਚਲੇ ਜਾਣ ਪਰ ਇੰਟੈਲੀਜੈਂਸ ਹੀ ਆਪਣਾ ਕੰਮ ਕਰਨਾ ਬੰਦ ਨਾ ਕਰੇ। ਪਰ ਜੇ ਨਹੀਂ ਵੀ ਹੁੰਦਾ, ਜੇ ਇਹ ਚੀਜ਼ ਸਾਡੇ ਤੋਂ ਬੈਲੈਂਸ ਨਹੀਂ ਹੋ ਰਹੀ ਤੇ ਆਪਣੇ ਜਦੋਂ ਕਿਸੇ ਨਾਲ ਗੱਲ ਕਰਨ ਲੱਗੇ ਹੁੰਦੇ ਆ, ਜਿੰਨਾ ਚਿਰ ਉਹ ਗੱਲ ਸੁਣ ਨਹੀਂ ਲੈਂਦੇ ਆਪਾਂ, ਜਿੰਨਾ ਚਿਰ ਉਹਦਾ ਐਨਾਲਿਸਿਸ ਨਹੀਂ ਕਰ ਲੈਂਦੇ, ਉਨਾ ਚਿਰ ਆਪਣੇ ਇਮੋਸ਼ਨ ਨੂੰ ਸਪਰੈਸ ਕਰਕੇ ਰੱਖਿਆ ਕਰੋ। ਇੰਟੈਲੀਜੈਂਸੀ ਐਕਟਿਵ ਚਾਹੀਦੀ ਹੈ ਤੁਹਾਡੀ। ਇੰਟੈਲੀਜੈਂਟ ਹੋ ਕੇ ਅਗਲੇ ਦੀ ਗੱਲ ਸੁਣਿਆ ਕਰੋ, ਫਿਰ ਉਹਨੂੰ ਵਿਚਾਰਿਆ ਕਰੋ, ਫਿਰ ਆਪਣੇ ਇਮੋਸ਼ਨ ਨੂੰ ਉਹਦੇ ਬਰਾਬਰ ਆਉਣ ਦਿਆ ਕਰੋ। ਇੰਨੀ ਗੱਲ ਬੇਸ਼ੱਕ ਠੀਕ ਆ ਪਰ ਮੇਰੇ ਜਜ਼ਬਾਤ ਅਲਾਉ ਨਹੀਂ ਕਰਦੇ, ਮੈਂ ਨਹੀਂ ਕਰ ਸਕਦਾ। ਫਿਰ ਤੁਸੀਂ ਆਪਣੇ ਆਪ ਨੂੰ ਜਿਹੜੀ ਮਰਜ਼ੀ ਕਤਾਰ ਵਿੱਚ ਖੜੇ ਕਰਨਾ ਕਰ ਲਿਓ, ਪਰ ਖਿਆਲ ਰੱਖਿਓ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ, ਉਹਨਾਂ ਨੂੰ ਦਰਬਾਰ ਸਾਹਿਬ ਛੱਡਣਾ ਪੈ ਗਿਆ ਸੀ, ਜਿਨ੍ਹਾਂ ਦੇ ਬਾਰੇ ਅਸੀਂ ਇਹ ਕਹਾਣੀ ਜੋੜਦੇ ਹਾਂ ਕਿ ਜਹਾਂਗੀਰ ਮੁਗਲ ਬਾਦਸ਼ਾਹ ਦਾ ਇੱਕ ਬਾਜ, ਉਹਦੇ ਕੁਝ ਸਿਪਾਹੀ ਬਾਜ ਦਾ ਪਿੱਛਾ ਕਰਦੇ ਸੀ, ਉਹ ਅੰਮ੍ਰਿਤਸਰ ਦੇ ਇਲਾਕੇ ਵਿੱਚ ਆ ਗਿਆ, ਸਿੱਖਾਂ ਨੇ ਫੜ ਲਿਆ, ਗੁਰੂ ਸਾਹਿਬ ਦੇ ਕੋਲ ਆ ਗਿਆ ਤੇ ਉਹਨਾਂ ਨੇ ਮੰਗਿਆ, ਉਹ ਕਹਿੰਦੇ ਨਹੀਂ ਹੁਣ ਤਾਂ ਸਾਡੀ ਸ਼ਰਨ ਵਿੱਚ ਆ ਗਿਆ। ਜੇ ਅਸੀਂ ਇਹ ਸਾਖੀ ਛੇਵੇਂ ਪਾਤਸ਼ਾਹ ਨਾਲ ਜੋੜਨੀ ਆ ਤੇ ਉਹ ਤੋਂ ਬਾਅਦ ਇਹ ਕਹਿਣਾ ਕਿ ਹਕੂਮਤ ਨੇ ਘੇਰਾ ਪਾ ਕੇ ਦਬਾਅ ਪਾ ਕੇ ਛੇਵੇਂ ਪਾਤਸ਼ਾਹ ਤੋਂ ਦਰਬਾਰ ਸਾਹਿਬ ਛਡਾ ਦਿੱਤਾ ਤੇ ਉਹਦੇ ਉੱਤੇ ਖਾਲਸਾ ਨਿਊਜ਼ ਵਾਲੇ ਨੂੰ ਪੁੱਛ ਲਿਓ, ਤੈਨੂੰ ਇਹੀ ਲਿਖਣਾ ਪੈਣਾ ਸਾਖੀ ਦੇ ਨਾਲ, ਜੋ ਬੀਜੋਗੇ ਉਹੀ ਵੱਢੋਗੇ। ਗੁਰੂ ਤੇਗ ਬਹਾਦਰ, ਇਤਿਹਾਸ ਕਹਿੰਦਾ ਉਹਨਾਂ ਦਾ ਨਾਮ ਤਿਆਗਮਲ ਸੀ, ਛੇਵੇਂ ਪਾਤਸ਼ਾਹ ਦੇ ਪੁੱਤਰ ਸੀ, ਲੜਾਕੇ ਸੀ, ਜੰਗ ਦੇ ਵਿੱਚ ਲੜਦੇ ਹੁੰਦੇ ਸੀ, ਤੇਗ ਦੇ ਨਾਲ ਤਲਵਾਰ ਦੇ ਨਾਲ ਇੰਨੀ ਸੂਰਮਤਾਈ ਦੇ ਨਾਲ ਕਿਸੇ ਜੰਗ ਵਿੱਚ ਲੜੇ ਤੇ ਛੇਵੇਂ ਪਾਤਸ਼ਾਹ ਨੇ ਕਿਹਾ ਇਹ ਤਾਂ ਮੇਰਾ ਤੇਗ ਬਹਾਦਰ ਆ। ਤੇ ਹੁਣ ਜਦੋਂ ਉਹਨਾਂ ਦੀ ਮੌਤ ਹੁੰਦੀ ਆ, ਜਦੋਂ ਅਸੀਂ ਕਹਿੰਦੇ ਵੀ ਚਾਂਦਨੀ ਚੌਂਕ ਵਿੱਚ ਔਰੰਗਜ਼ੇਬ ਦੇ ਹੁਕਮ ਨਾਲ ਗੁਰੂ ਤੇਗ ਬਹਾਦਰ ਨੂੰ ਸ਼ਹੀਦ ਕਰ ਦਿੱਤਾ ਗਿਆ, ਉਹ ਸਿਰ ਕਤਲ ਕਰਕੇ ਹੁੰਦੀ। ਜੇ ਸਾਨੂੰ ਪਰਸਨੈਲਿਟੀ ਦਾ ਨਾਂ ਪਤਾ ਹੋਵੇ, ਜਾਣੀ ਮੂਸੇ ਵਾਲੇ ਦੇ ਗੋਲੀਆਂ ਵੱਜੀਆਂ ਪਿੰਡ ਦੇ ਲਾਗੇ,
कुछ लोग सीगे उत्थे वो शरीर लाया घर दे नाल हॉस्पिटल गए आ जाके डेथ हो गई ठीक है जे कोई सानू ये कहे कि किसी का कतल होया शरीर का पता नहीं लगा ते ओदे सीस नू कोई बंदा पता नहीं लुकदा छपदा 350 किलोमीटर दूर रातां दा सफर तय करदा होया मसीह किते सांभ के लिआया ते उस वेले एक खासा न्यूज़ वाली बख्शीश वर्गा जां सद्धे वाली वर्गा उत्ते ये लिख दवे जो बीजोगे उही वड्डोगे।